ਜੂਨ 97 ਦੇ ਵਿੱਚ ਫਿਰ ਮਿਲੀਟੈਂਟਸ ਦੇ ਨਾਲ ਉਹਨਾਂ ਦੀ ਸ਼ਹਾਦਤ ਦੀ ਸਾਨੂੰ ਖਬਰ ਮਿਲੀ। ਉਸ ਟਾਈਮ ਤੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਕੀ ਕਰੋ ਤੇ ਕਿੱਥੇ ਜਾਓ। ਫਿਰ 1.5 ਸਾਲ ਦੀ ਬੇਟੀ ਮੇਰੇ ਗੋਦੀ 'ਚ ਸੀਗੀ, ਸੋ ਮੈਨੂੰ ਸੋਚਣਾ ਪੈਣਾ ਸੀ ਕਿ ਹੁਣ ਮੈਂ ਅੱਗੇ ਕੀ ਕਰਾਂ। ਉਦੋਂ ਮੈਨੂੰ ਨਹੀਂ ਸੀ ਪਤਾ ਕਿ ਆਰਮੀ ਦੇ ਵਿੱਚ ਲੇਡੀਜ਼ ਆਉਂਦੀਆਂ ਕਿ ਨਹੀਂ ਆਉਂਦੀਆਂ, ਤੇ ਮੈਂ ਆਪਣੇ ਫਾਦਰ ਇਨ ਲਾਅ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਲੇਡੀਜ਼ ਇੰਡਕਸ਼ਨ ਸ਼ੁਰੂ ਹੋਇਆ ਬਟ ਕ੍ਰਾਈਟੇਰੀਆ ਜਿਸ ਤਰ੍ਹਾਂ ਹੁੰਦਾ ਹੈ ਕਿ ਏਜ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਮੈਰਿਟਲ ਸਟੇਟਸ ਅਨਮੈਰਿਡ ਹੋਣੇ ਚਾਹੀਦੇ, ਬਟ ਮੈਂ 25 ਤੋਂ ਉੱਪਰ ਸੀਗੀ, 28 ਸਾਲ ਦੀ ਸੀਗੀ ਉਦੋਂ। ਮੇਰੀ ਪਹਿਲੀ ਪੋਸਟਿੰਗ ਫਰੀਦਕੋਟ ਰਹੀ ਐਂਡ ਇਹ ਮੇਰਾ ਆਰਮੀ ਦੇ ਨਾਲ ਪਹਿਲਾ ਇੰਟਰੈਕਸ਼ਨ ਸੀਗਾ, ਕਿਉਂਕਿ ਮੈਂ ਇੱਕ ਸਿਵਲ ਬੈਕਗਰਾਊਂਡ ਚੋਂ ਆਈ ਸੀ, ਸਿੰਪਲ ਸਿਵਲ ਬੈਕਗਰਾਊਂਡ ਚੋਂ। ਦੇਸ਼ ਦੀ ਮੈਂ ਤੇ ਮੇਰੇ ਨਾਲ ਮੇਰੀ ਇੱਕ ਹੋਰ ਬੈਚਮੇਟ ਸੀ ਸਬੀਨਾ ਸਿੰਘ, ਅਸੀਂ ਦੇਸ਼ ਦੀਆਂ ਪਹਿਲੀਆਂ ਵੀਰ ਨਾਰੀਜ਼ ਬਣੀਆਂ ਜਿਨ੍ਹਾਂ ਨੇ ਆਰਮੀ ਜੁਆਇਨ ਕੀਤੀ। ਸਾਡੇ ਪੰਜਾਬੀਆਂ ਦੀ ਵੀ ਖਾਸ ਕਰਕੇ ਆਰਮੀ ਦੇ ਨਾਲ ਬਹੁਤ ਹੀ ਲਗਾਵ ਰਹਿੰਦਾ ਹੈ। ਬਹੁਤ ਹੀ ਵਧੀਆ ਹੈ ਜਜ਼ਬਾ, ਫੌਜ ਦਾ ਜਜ਼ਬਾ ਜਾਂ ਫੌਜੀ ਹੈ, ਜਿਸ ਤਰ੍ਹਾਂ ਸਾਡਾ ਰਹਿਣ ਸਹਿਣ ਹੈ ਜਾਂ ਜਿਸ ਤਰ੍ਹਾਂ ਸਾਡਾ ਵਰਕਿੰਗ ਕਲਚਰ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਫੌਜ ਤੋਂ ਇਲਾਵਾ ਮੈਂ ਕੁਝ ਹੋਰ ਸੋਚ ਵੀ ਸਕਦੀ ਸੀ। ਮੈਰਾਥਨ ਵੀ 2 ਵਾਰ ਉੱਥੇ ਭੱਜੀ, ਜਿਹੜੀ ਹਾਈਐਸਟ ਮੈਰਾਥਨ ਮੰਨੀ ਜਾਂਦੀ ਹੈ। ਸੋ ਉਹ ਮੈਂ ਕਦੀ ਸਿੱਖਿਆ ਹੀ ਨਹੀਂ ਕਿ ਮੈਂ ਕਹਾਂ ਕਿ ਮੈਂ ਕਰ ਨਹੀਂ ਸਕਦੀ। ਸੋ ਚੈਲੰਜਸ ਆਉਂਦੇ ਨੇ, ਫੇਸ ਕਰੀਦੇ ਨੇ। ਕਦੇ ਤੁਹਾਡੀ ਡਾਟਰ ਨੇ ਤੁਹਾਡੇ ਤੋਂ ਕੁਐਸਚਨਸ ਨਹੀਂ ਕੀਤੇ, ਮਮਾ ਮੇਰੇ ਫਾਦਰ ਕਿੱਥੇ ਨੇ? ਤੁਸੀਂ ਉਹਨਾਂ ਦੇ ਕੁਐਸਚਨਸ ਨੂੰ ਕਿਸ ਤਰੀਕੇ ਨਾਲ ਫੇਸ ਕੀਤਾ? ਸਟਾਰਟਿੰਗ ਦੇ ਵਿੱਚ ਤਾਂ ਤੁਸੀਂ ਯਕੀਨ ਮੰਨੋਗੇ ਕਿ ਮੇਰੀ ਦੱਸਣ ਦੀ ਹਿੰਮਤ ਹੀ ਨਹੀਂ ਸੀ ਪਈ, ਕਿਉਂਕਿ ਉਹ 1.5 ਸਾਲ ਦੀ ਸੀਗੀ। ਮੈਂ ਸ਼ਾਇਦ 3.5 ਸਾਲ ਤੱਕ ਉਹਨੂੰ ਦੱਸਿਆ ਹੀ ਨਹੀਂ ਸੀਗਾ ਕਿ ਪਾਪਾ ਨਹੀਂ ਆ। ਇਹ ਗੱਲ ਪਹਿਲਾਂ ਕਹੀ ਜਾਂਦੀ ਹੈ ਕਿ ਸਿਰਫ ਤੁਹਾਨੂੰ ਏਜ ਦਾ ਰਿਲੈਕਸੇਸ਼ਨ ਦਿੱਤਾ ਜਾ ਰਿਹਾ, ਜਾਂ ਤੁਸੀਂ ਜੇ ਤੁਹਾਡਾ ਬੱਚਾ ਹੈਗਾ ਹੈ ਬਟ ਟ੍ਰੇਨਿੰਗ ਤੁਹਾਡੀ ਓਨੀ ਹੀ ਟਫ ਹੋਏਗੀ ਜਿੰਨੇ ਤੁਹਾਡੇ ਬਾਕੀ ਤੁਹਾਡੇ ਸਾਥੀਆਂ ਦੀ ਹੋਏਗੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਪ੍ਰਾਈਮ ਵੂਮਨ ਦੀ ਅਗਲੀ ਕਿਸ਼ਤ ਲੈ ਕੇ ਮੈਂ ਹਰਸਿਮਰਨ ਕੌਰ ਹਾਜ਼ਰ ਹੋ ਚੁੱਕੀ ਹਾਂ। ਅੱਜ ਦੇ ਮਹਿਮਾਨ ਸਾਡੇ ਲਈ ਬੇहद ਖਾਸ ਨੇ। ਜਿਨੇ ਅੱਜ ਦੇ ਮਹਿਮਾਨ ਸਾਡੇ ਲਈ ਖਾਸ ਨੇ, ਉਨੀ ਹੀ ਉਹਨਾਂ ਦੀ ਕਹਾਣੀ ਸਾਡੇ ਲਈ ਖਾਸ ਹੈ। ਅੱਜ ਅਸੀਂ ਤੁਹਾਨੂੰ ਰਵਿੰਦਰਜੀਤ ਰੰਧਾਵਾ ਹੋਰਾਂ ਦੇ ਰੂਬਰੂ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਤਕਰੀਬਨ 14.5 ਸਾਲ ਫੌਜ ਦੇ ਉੱਚ ਅਹੁਦਿਆਂ ਤੇ ਰਹਿ ਕੇ ਸੇਵਾਵਾਂ ਦਿੱਤੀਆਂ ਨੇ। ਸਾਡੇ ਨਾਲ ਨੇ, ਉਹਨਾਂ ਤੋਂ ਜਾਣਾਂਗੇ ਕਿ ਇੱਕ ਆਮ ਸਧਾਰਨ ਔਰਤ ਤੋਂ ਲੈ ਕੇ ਫੌਜ ਦੇ ਉੱਚ ਅਧਿਕਾਰੀ ਤੱਕ ਦਾ ਸਫ਼ਰ ਉਹਨਾਂ ਨੇ ਕਿਸ ਤਰੀਕੇ ਨਾਲ ਤੈਅ ਕੀਤਾ। ਮੈਮ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਥੈਂਕ ਯੂ। ਮੇਰਾ ਪਹਿਲਾ ਸਵਾਲ ਇਹੀ ਹੈ ਕਿ ਇੱਕ ਆਮ ਸਧਾਰਨ ਵੂਮਨ ਹੈ ਨਾ, ਉਸ ਤੋਂ ਲੈ ਕੇ ਇੱਕ ਫੌਜ ਦੇ ਉੱਚ ਅਧਿਕਾਰੀ ਤੱਕ ਦਾ ਸਫ਼ਰ ਤੁਸੀਂ ਕਿਸ ਤਰੀਕੇ ਨਾਲ ਤੈਅ ਕੀਤਾ? ਮੇਰੀ ਪੈਦਾਇਸ਼ ਅੰਮ੍ਰਿਤਸਰ ਤਰਨਤਾਰਨ ਦੇ ਲਾਗੇ ਇੱਕ ਪਿੰਡ ਵਿੱਚ ਹੋਈ ਸੀ। ਪਿੰਡ ਚੋਂ ਨਿਕਲ ਕੇ ਪਹਿਲਾਂ ਤਾਂ ਅਸੀਂ ਪੰਜਾਬ ਦੇ ਸ਼ਹਿਰਾਂ 'ਚ ਆਏ, ਜਦੋਂ ਮੇਰੇ ਫਾਦਰ ਪੰਜਾਬ ਟੂਰਿਜ਼ਮ 'ਚ ਜੌਬ ਕਰਦੇ ਸੀਗੇ। ਉਸ ਤੋਂ ਬਾਅਦ ਗ੍ਰੈਜੂਏਸ਼ਨ ਲਈ ਮੈਂ ਚੰਡੀਗੜ੍ਹ GCG ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਸੀ ਕੰਪਲੀਟ, ਅਤੇ ਫਿਰ ਮੇਰੀ ਮੈਰਿਜ ਹੋ ਗਈ। ਜਦੋਂ ਮੈਰਿਜੇਬਲ ਏਜ ਹੋਈ ਅਤੇ ਮੇਰੀ ਮੈਰਿਜ ਹੋ ਗਈ ਫੌਜੀ ਨਾਲ। ਉਹ ਫੌਜੀ ਸਾਡੇ ਘਰ 'ਚ ਪਹਿਲਾ ਫੌਜੀ ਸੀਗਾ। ਸੋ ਕੈਪਟਨ ਸੁਖਵਿੰਦਰਜੀਤ ਸਿੰਘ ਰੰਧਾਵਾ, ਉਹ ਵੀ ਚੰਡੀਗੜ੍ਹ, ਵੈਸੇ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਬਟ ਸੈਟਲ ਚੰਡੀਗੜ੍ਹ 'ਚ ਸੀਗੇ। ਸੋ ਉਹਨਾਂ ਦੇ ਨਾਲ ਫਿਰ ਮੇਰੀ ਪਹਿਲੀ ਪੋਸਟਿੰਗ ਫਰੀਦਕੋਟ ਰਹੀ ਐਂਡ ਇਹ ਮੇਰਾ ਆਰਮੀ ਦੇ ਨਾਲ ਪਹਿਲਾ ਇੰਟਰੈਕਸ਼ਨ ਸੀਗਾ, ਕਿਉਂਕਿ ਮੈਂ ਇੱਕ ਸਿਵਲ ਬੈਕਗਰਾਊਂਡ ਚੋਂ ਆਈ ਸੀ, ਸਿੰਪਲ ਸਿਵਲ ਬੈਕਗਰਾਊਂਡ ਚੋਂ। ਸੋ ਫਰੀਦਕੋਟ ਰਹਿੰਦੇ ਹੋਏ 94 'ਚ ਮੇਰਾ ਵਿਆਹ ਹੋਇਆ, 95 'ਚ ਮੇਰੀ ਬੇਟੀ ਹੋਈ ਸਿਮਰਨ, ਐਂਡ 96 ਜਦੋਂ ਉਹਦਾ ਪਹਿਲਾ ਬਰਥਡੇ ਸੀਗਾ, ਉਹ ਮਨਾ ਕੇ ਇਹਨਾਂ ਦੀ ਪੋਸਟਿੰਗ RR 'ਚ, ਰਾਸ਼ਟਰੀ ਰਾਈਫਲ ਜਿਹੜੀ ਤਾਇਨਾਤ ਹੁੰਦਾ ਹੈ ਸ਼੍ਰੀਨਗਰ ਵਾਲੀ ਸਾਈਡ 'ਤੇ, ਉੱਥੇ ਆ ਗਈ। ਸੋ ਦਸੰਬਰ 'ਚ ਇਹ ਆਪਣੀ ਨਵੀਂ ਯੂਨਿਟ 'ਚ ਚਲੇ ਗਏ ਅਤੇ ਮੈਂ ਜਲੰਧਰ ਆਪਣੀ ਸਿਸਟਰ ਕੋਲ ਸ਼ਿਫਟ ਕਰ ਗਈ ਸੀਗੀ, ਕਿਉਂਕਿ ਮੇਰੀ ਬੇਟੀ ਬਹੁਤ ਛੋਟੀ ਸੀਗੀ ਉਦੋਂ, ਅਤੇ ਉਹਦੇ ਕੁਛ ਹੈਲਥ ਇਸ਼ੂਜ਼ ਵੀ ਸੀਗੇ। ਸੋ ਉਹ ਉੱਥੇ ਚਲੇ ਗਏ ਉਹ, ਅਤੇ ਜੂਨ 97 ਦੇ ਵਿੱਚ ਫਿਰ ਮਿਲੀਟੈਂਟਸ ਦੇ ਨਾਲ ਉਹਨਾਂ ਦੀ ਸ਼ਹਾਦਤ ਦੀ ਸਾਨੂੰ ਖਬਰ ਮਿਲੀ। ਸੋ ਉਹ ਬਿਲਕੁਲ ਹੀ ਅਪਸਾਈਡ ਡਾਊਨ, ਜਿਸ ਤਰ੍ਹਾਂ ਲਾਈਫ ਆਪਣੀ ਟਰਨ ਹੋ ਜਾਂਦੀ ਹੈ। ਵੈਰੀ ਡਿਫੀਕਲਟ, ਬਹੁਤ ਡਿਫੀਕਲਟ ਸਮਾਂ ਸੀ ਉਹ ਮੇਰੇ ਲਈ। ਸੋ
ਬਟ ਉਸ ਤੋਂ ਬਾਅਦ ਫਿਰ 1.5 ਸਾਲ ਦੀ ਬੇਟੀ ਮੇਰੀ ਗੋਦੀ 'ਚ ਸੀਗੀ, ਸੋ ਮੈਨੂੰ ਸੋਚਣਾ ਪੈਣਾ ਸੀ ਕਿ ਹੁਣ ਮੈਂ ਅੱਗੇ ਕੀ ਕਰਾਂ, ਅੱਗੇ ਅਗਲੀ ਲਾਈਫ ਉਹਨੂੰ ਕਿਸ ਤਰ੍ਹਾਂ ਦੀ ਦੇਵਾਂ ਜਾਂ ਮੈਂ ਖੁਦ ਕਿਸ ਤਰ੍ਹਾਂ ਕਿੱਥੇ ਕੀ ਕਰਨਾ ਹੈ। ਸੋ ਜਦੋਂ ਅਸੀਂ ਆਪਸ 'ਚ ਗੱਲਾਂ ਕਰਦੇ ਸੀ ਤਾਂ ਮੇਰੇ ਹਸਬੈਂਡ ਦੀ ਹਮੇਸ਼ਾ ਇੱਕ ਇੱਛਾ ਹੁੰਦੀ ਸੀਗੀ ਕਿ ਆਰਮੀ ਬੈਕਗਰਾਊਂਡ ਦੇ ਵਿੱਚ ਹੀ ਬੱਚੇ ਰੇਜ਼ ਕਰਨੇ, ਬਿਕੋਜ਼ ਉਹ ਆਰਮੀ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਸੀ। ਔਰ ਸਾਡੇ ਪੰਜਾਬੀਆਂ ਦੀ ਵੀ ਖਾਸ ਕਰਕੇ ਆਰਮੀ ਦੇ ਨਾਲ ਬਹੁਤ ਹੀ ਲਗਾਵ ਰਹਿੰਦਾ ਹੈ, ਸ਼ੁਰੂ ਤੋਂ ਜੋ ਅਸੀਂ ਪਿੰਡਾਂ 'ਚ ਦੇਖਿਆ ਜਾਂ ਜੋ ਅਸੀਂ ਆਪਣੇ ਪਿੰਡਾਂ ਦੇ ਵਿੱਚ ਫੌਜੀ ਦੇਖੇ। ਸੋ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਆਰਮੀ ਦੇ ਵਿੱਚ ਲੇਡੀਜ਼ ਆਉਂਦੀਆਂ ਹੈ ਕਿ ਨਹੀਂ ਆਉਂਦੀਆਂ, ਅਤੇ ਮੈਂ ਆਪਣੇ ਫਾਦਰ ਇਨ ਲਾਅ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਲੇਡੀਜ਼ ਇੰਡਕਸ਼ਨ ਸ਼ੁਰੂ ਹੋਇਆ ਬਟ ਕ੍ਰਾਈਟੀਰੀਆ ਜਿਸ ਤਰ੍ਹਾਂ ਹੁੰਦਾ ਹੈ ਕਿ ਏਜ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਮੈਰਿਟਲ ਸਟੇਟਸ ਅਨਮੈਰਿਡ ਹੋਣੇ ਚਾਹੀਦੇ, ਬਟ ਮੈਂ 25 ਤੋਂ ਉੱਪਰ ਸੀਗੀ, 28 ਸਾਲ ਦੀ ਸੀਗੀ ਉਦੋਂ। ਸੋ ਫਿਰ ਅਸੀਂ ਕਿਸੇ ਤਰੀਕੇ ਨਾਲ ਸਾਡੇ ਚੀਫ ਜਨਰਲ ਮਲਿਕ, ਮਿਸਿਸ ਰੰਜਨਾ ਮਲਿਕ, ਉਹਨਾਂ ਨੂੰ ਅਪਰੋਚ ਕੀਤਾ। ਸੋ ਮਿਸਿਸ ਰੰਜਨਾ ਮਲਿਕ ਨੇ ਮੇਰਾ ਕੇਸ ਡਿਫੈਂਸ ਮਿਨਿਸਟਰੀ ਦੇ ਵਿੱਚ ਅੱਗੇ ਲੈ ਕੇ ਗਏ ਅਤੇ ਸਾਨੂੰ ਇਸ ਚੀਜ਼ ਦਾ ਵੇਵਰ ਮਿਲਿਆ ਕਿ ਅਸੀਂ ਸ਼ਾਦੀ ਤੋਂ ਬਾਅਦ ਵੀ ਐਂਡ ਏਜ ਤੋਂ ਬਾਅਦ ਵੀ ਅਸੀਂ ਆਰਮੀ ਜੁਆਇਨ ਕਰ ਸਕਦੇ ਹਾਂ। ਅਤੇ ਇਸ ਹਿਸਾਬ ਨਾਲ ਫਿਰ ਮੈਂ ਦੇਸ਼ ਦੀ, ਮੈਂ ਅਤੇ ਮੇਰੇ ਨਾਲ ਮੇਰੀ ਇੱਕ ਹੋਰ ਬੈਚਮੇਟ ਸੀ ਸਬੀਨਾ ਸਿੰਘ, ਅਸੀਂ ਦੇਸ਼ ਦੀਆਂ ਪਹਿਲੀਆਂ ਵੀਰ ਨਾਰੀਜ਼ ਬਣੀਆਂ ਜਿਨ੍ਹਾਂ ਨੇ ਆਰਮੀ ਜੁਆਇਨ ਕੀਤੀ। ਚੈਲੰਜਿੰਗ ਡੈਫੀਨੇਟਲੀ ਬਹੁਤ ਸੀਗਾ, ਬਿਕੋਜ਼ ਉਸ ਟਾਈਮ ਤੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਕੀ ਕਰੋ ਤੇ ਕਿੱਥੇ ਜਾਓ। ਬਿਲਕੁਲ। ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੁੰਦੀ, ਜਦੋਂ ਸ਼ਹੀਦ ਹੁੰਦੇ ਨੇ ਹਨਾ, ਉਦੋਂ ਤੁਸੀਂ ਬਹੁਤ ਯੰਗ ਸੀਗੇ, ਉੱਤੋਂ ਤੁਹਾਡੇ ਕੋਲੇ ਕੁੜੀ ਵੀ ਸੀ ਹਨਾ, 1.5 ਸਾਲ ਦੀ ਉਹ ਸੀਗੀ, ਤੇ ਇੱਕ ਥੋਟ ਆਉਂਦਾ ਵੂਮਨ ਦੇ ਮਨ ਦੇ ਵਿੱਚ, ਇੱਕ ਔਰਤ ਦੇ ਮਨ ਦੇ ਵਿੱਚ ਵੀ ਮੈਂ ਇਹਨੂੰ ਵੀ ਰੇਜ਼ ਕਰਨਾ। ਤੇ ਤੁਹਾਡੇ ਮਨ 'ਚ ਕਦੇ ਆਇਆ ਹੋਵੇ ਵੀ ਮੈਂ ਰੀਮੈਰਿਜ ਕਰਾ ਲਾਂ, ਮੈਂ ਖੁਦ ਵੀ ਬਹੁਤ ਯੰਗ ਹਾਂ ਤੇ ਮੇਰੀ ਡਾਟਰ ਵੀ ਬਹੁਤ ਛੋਟੀ ਹੈ? ਨਹੀਂ, ਇਹੋ ਜਿਹਾ ਖਿਆਲ ਮੇਰੇ ਦਿਮਾਗ 'ਚ ਕਦੀ ਵੀ ਨਹੀਂ ਆਇਆ। ਮੈਨੂੰ ਰੀਜ਼ਨ ਨਹੀਂ ਪਤਾ ਕਿ ਕਿਉਂ ਨਹੀਂ ਆਇਆ, ਬਟ ਇਹੋ ਜਿਹਾ ਖਿਆਲ ਮੇਰੇ ਦਿਮਾਗ 'ਚ ਕਦੀ ਵੀ ਨਹੀਂ ਆਇਆ। ਸ਼ਾਇਦ ਜੋ 2.5-3 ਸਾਲ ਦਾ ਰਿਲੇਸ਼ਨ ਮੇਰਾ ਮੇਰੇ ਹਸਬੈਂਡ ਨਾਲ ਰਿਹਾ ਸੀਗਾ, ਉਹ ਬਹੁਤ ਹੀ ਅੱਛਾ ਰਿਹਾ ਸੀਗਾ, ਐਂਡ ਮੇਰੀ ਬੇਟੀ ਨੂੰ ਵੀ ਮੈਂ ਰੇਜ਼ ਕਰਨਾ ਸੀ, ਸੋ ਰੀਮੈਰਿਜ ਦਾ ਖਿਆਲ ਦਿਮਾਗ 'ਚ ਕਦੀ ਵੀ ਨਹੀਂ। ਸੋਸਾਇਟੀ ਤਾਂ ਜ਼ਰੂਰ ਪ੍ਰੈਸ਼ਰਾਈਜ਼ ਕਰਦੀ ਹੈ, ਸੋਸਾਇਟੀ ਜਾਂ ਰਿਲੇਟਿਵਸ, ਈਵਨ ਆਪਣੇ ਪੇਰੈਂਟਸ ਵੀ ਕਹਿ ਦਿੰਦੇ। ਨਹੀਂ, ਲੱਕੀਲੀ ਮੈਂ ਇਸ ਚੀਜ਼ 'ਚ ਮੈਂ ਲੱਕੀ ਰਹੀ ਹਾਂ। ਮੈਂ ਮਤਲਬ ਮੇਰੀ ਮਦਰ ਜੋ ਇੱਕ ਪਿੰਡ 'ਚੋਂ ਨਿਕਲ ਕੇ ਮਤਲਬ ਅਨਐਜੂਕੇਟਿਡ ਲੇਡੀ, ਬਟ ਉਹਨਾਂ ਦਾ ਸਪੋਰਟ ਮੈਨੂੰ ਬਹੁਤ ਸੀਗਾ, ਮੈਨੂੰ ਕਿਸੇ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ, ਐਟਲੀਸਟ ਮੇਰੀ ਫੈਮਿਲੀ ਨੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ। ਜਦੋਂ ਮੈਮ ਤੁਹਾਡਾ ਫੌਜ ਦਾ ਸਫ਼ਰ ਸ਼ੁਰੂ ਹੋ ਗਿਆ, ਉਸ ਦੌਰਾਨ ਤੁਸੀਂ ਕੀ ਹਾਰਡਸ਼ਿਪਸ ਫੇਸ ਕੀਤੀਆਂ? ਕਿਉਂਕਿ ਇੱਕ ਫੌਜੀ ਦੀ ਡਿਊਟੀ ਵੈਸੇ ਹੀ ਬਹੁਤ ਔਖੀ ਹੁੰਦੀ ਹੈ, ਉੱਤੋਂ ਜੇ ਉਹ ਔਰਤ ਹੋਵੇ, ਔਰਤ ਨੂੰ ਫਿਜ਼ੀਕਲੀ ਵੀ ਬਹੁਤ ਜ਼ਿਆਦਾ ਚੈਲੰਜਸ ਆਉਂਦੇ ਨੇ, ਫਿਜ਼ੀਕਲੀ ਡਿਫਰੈਂਸਿਸ ਵੀ ਹੁੰਦੇ ਨੇ। ਤੁਸੀਂ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਕੀਤੇ? ਮੇਰੇ ਚੈਲੰਜਸ ਸਭ ਤੋਂ ਪਹਿਲਾਂ ਤਾਂ ਜਗ੍ਹਾ ਤੇ ਪੋਸਟਿੰਗਸ, ਮਤਲਬ ਪੰਜਾਬ ਤੋਂ ਬਾਹਰ ਤੁਸੀਂ ਆਪਣੇ ਬੱਚੇ ਨੂੰ ਇਕੱਲੇ ਰੇਜ਼ ਕਰਨਾ, ਫਿਰ ਆਪਣੇ ਬੱਚੇ ਨੂੰ ਮਾਂ ਤੇ ਪਿਓ ਦੋਵੇਂ ਬਣ ਕੇ ਪਾਲਣਾ ਹੈ ਉਹਨੂੰ। ਉਹ ਮਾਂ ਪਿਓ ਦੀਆਂ ਦੋਨੋਂ ਜ਼ਿੰਮੇਵਾਰੀਆਂ ਤੁਸੀਂ ਨਿਭਾਉਣੀਆਂ, ਸਕੂਲ ਛੱਡਣਾ, ਆਫਿਸ ਜਾਣਾ, ਉਹਦਾ ਹੋਮਵਰਕ ਕਰਾਉਣਾ, ਆਪਣੇ ਆਫੀਸ਼ੀਅਲ ਕਮਿਟਮੈਂਟਸ, ਤੁਹਾਨੂੰ ਕਿਧਰੇ ਵੀ ਡਿਊਟੀ ਤੇ ਜਾਣਾ ਪੈ ਸਕਦਾ ਹੈ। ਸੋ ਇਹ ਹਾਰਡਸ਼ਿਪਸ ਸੀਗੀਆਂ, ਬਟ ਮੇਰੀ ਆਰਗੇਨਾਈਜੇਸ਼ਨ ਨੇ ਮੇਰੀ ਬਹੁਤ ਹੈਲਪ ਕੀਤੀ, ਐਂਡ ਮੈਨੂੰ ਕੁਝ ਖਾਸ ਫੀਲ ਹੋਇਆ ਨਹੀਂ ਇਹੋ ਜਿਹੀਆਂ ਹਾਰਡਸ਼ਿਪਸ। ਬਟ ਹਾਂ, ਯੈਸ, ਹਾਰਡਸ਼ਿਪਸ ਬਹੁਤ ਸੀਗੀਆਂ। ਸਿੰਗਲ ਹੈਂਡਡਲੀ ਬੱਚੇ ਨੂੰ ਵੀ ਰੇਜ਼ ਕਰਨਾ ਤੇ ਇੱਕ ਆਫੀਸ਼ੀਅਲ ਡਿਊਟੀਜ਼ ਵੀ ਆਪਣੀਆਂ ਕੰਪਲੀਟ ਕਰਨੀਆਂ। ਜੀ, ਜਿਵੇਂ ਤੁਹਾਡੀ ਡਾਟਰ ਬਹੁਤ ਛੋਟੀ ਸੀ, ਤੁਹਾਡੇ ਨਾਲ ਹੀ ਉਹਨਾਂ ਨੇ ਵੀ ਟਰੈਵਲ ਕੀਤਾ ਜਿੱਥੇ ਤੁਹਾਡੀ ਪੋਸਟਿੰਗ ਹੁੰਦੀ ਸੀ, ਨਾਲ ਹੀ ਉਹ ਰਹਿੰਦੇ ਸੀ? ਹਾਂ, 10th ਤੱਕ ਉਹ ਮੇਰੇ ਨਾਲ ਰਹੀ ਹੈ। 10th ਤੱਕ ਜਿੱਥੇ ਮੇਰੀ ਪੋਸਟਿੰਗ ਹੋਈ ਹੈ, ਭਾਵੇਂ ਉਹ ਸ਼੍ਰੀਨਗਰ ਹੋਵੇ, ਭਾਵੇਂ ਇਲਾਹਾਬਾਦ ਹੋਵੇ, ਪੂਨੇ ਹੋਵੇ, ਕਿਧਰੇ ਬਰੇਲੀ ਹੋਵੇ, ਕਿਧਰੇ ਵੀ ਹੋਏ, ਅਸੀਂ ਉਹ ਇਕੱਠੀ ਰਹੀ ਹੈ। 10th ਤੋਂ ਬਾਅਦ ਫਿਰ ਉਹਨੂੰ ਮੈਂ ਸਿਰਫ ਉਹਦੀ ਸਟੇਬਿਲਿਟੀ ਵਾਸਤੇ ਉਹਨੂੰ 2 ਸਾਲ ਲਈ ਹੋਸਟਲ 'ਚ ਪਾਇਆ ਸੀਗਾ, ਸ਼ੇਰਵੁੱਡ, ਨੈਨੀਤਾਲ, ਐਂਡ ਉੱਥੋਂ ਬਾਅਦ ਫਿਰ ਗ੍ਰੈਜੂਏਸ਼ਨ ਲਈ ਉਹ ਕੈਨੇਡਾ ਚਲੇ ਗਈ ਸੀ, ਵੈਨਕੂਵਰ। ਉਹਨੇ ਉੱਥੋਂ ਗ੍ਰੈਜੂਏਸ਼ਨ ਕੀਤੀ ਸਾਈਕੋਲੋਜੀ ਦੇ ਵਿੱਚ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਤੇ ਹੁਣ ਉਹ ਇਸ ਟਾਈਮ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਕੰਮ ਕਰ ਰਹੀ ਹੈ। ਮੈਮ, ਰੀਸੈਂਟਲੀ ਤੁਹਾਡੇ ਹਸਬੈਂਡ ਨੂੰ ਕੀਰਤੀ ਚੱਕਰ ਵੀ ਮਿਲਿਆ, ਤੁਸੀਂ ਰਿਸੀਵ ਕੀਤਾ ਉਹ। ਇੱਕ ਕੀਰਤੀ ਚੱਕਰ ਬਾਰੇ ਜ਼ਰੂਰ ਦੱਸ ਦਿਓ ਕਿ ਉਹ ਕਿਹੋ ਜਿਹਾ ਅਵਾਰਡ ਹੁੰਦਾ, ਕਿਹਨੂੰ ਮਿਲਦਾ ਤੇ ਕਦੋਂ ਮਿਲਦਾ? ਅਵਾਰਡ ਕੀਰਤੀ ਚੱਕਰ ਜਿਹੜਾ ਉਹ ਸੈਕਿੰਡ ਹਾਈਐਸਟ ਗੈਲੈਂਟਰੀ ਅਵਾਰਡ ਹੈ ਪੀਸ ਟਾਈਮ। ਜਿਸ ਤਰ੍ਹਾਂ ਦੀ ਸਿਚੁਏਸ਼ਨ ਸਾਡੀ ਚੱਲਦੀ ਹੈ, ਅਸੀਂ ਇਹਨੂੰ ਪੀਸ ਟਾਈਮ ਕਹਿੰਦੇ ਹਾਂ। ਪੀਸ ਟਾਈਮ ਦੇ ਵਿੱਚ ਜਦੋਂ ਵੀ ਕੋਈ ਸ਼ਹਾਦਤ ਹੁੰਦੀ ਹੈ, ਉਹਨੂੰ ਫਸਟ ਅਸ਼ੋਕ ਚੱਕਰਾ, ਕੀਰਤੀ ਚੱਕਰਾ, ਸ਼ੌਰਯ ਚੱਕਰਾ ਮਿਲਦਾ, ਤੇ ਸੈਕਿੰਡ ਹਾਈਐਸਟ ਗੈਲੈਂਟਰੀ ਅਵਾਰਡ ਹੈ ਇਹ। ਮੈਨੂੰ ਮੇਰੇ ਹਸਬੈਂਡ ਨੂੰ ਮਰਨ ਉਪਰੰਤ ਮਿਲਿਆ ਸੀਗਾ। ਉਹਨਾਂ ਦੀ ਜਿਸ ਹਿਸਾਬ ਨਾਲ ਉਹਨਾਂ ਨੇ ਆਪਣਾ ਆਪਰੇਸ਼ਨ ਕੰਡਕਟ ਕੀਤਾ ਹੋਏਗਾ ਉੱਥੇ, ਉਸ ਹਿਸਾਬ ਨਾਲ। ਔਰ ਉਸ ਟਾਈਮ ਤੇ ਮੈਂ ਅਕੈਡਮੀ ਦੇ ਵਿੱਚ ਆਪਣੀ ਟ੍ਰੇਨਿੰਗ ਕਰ ਰਹੀ ਸੀ ਜਦੋਂ ਇਹ ਮੈਂ ਅਵਾਰਡ ਲੈਣ ਗਈ ਸੀ। ਸੋ ਮੈਂ ਉਸ ਟਾਈਮ ਆਪਣੀ ਅਕੈਡਮੀ ਦੀ ਯੂਨੀਫਾਰਮ ਦੇ ਵਿੱਚ
ਇਹ ਅਵਾਰਡ ਲੈਣ ਗਈ ਸੀ। ਕੁਝ ਸਰਕਮਸਟੈਂਸਸ ਇਹੋ ਜਿਹੇ ਬਣ ਗਏ ਜਿਸ ਕਰਕੇ ਤੁਹਾਨੂੰ ਫੌਜ ਜੁਆਇਨ ਕਰਨੀ ਪਈ ਕਿ ਤੁਸੀਂ ਸਟਾਰਟਿੰਗ ਤੋਂ ਹੀ ਫੌਜੀ ਬਣਨਾ ਚਾਹੁੰਦੇ ਸੀ? ਫੌਜ ਲਈ ਇੱਕ ਬਹੁਤ ਹੀ ਰਿਸਪੈਕਟ ਸ਼ੁਰੂ ਤੋਂ ਰਹੀ ਸੀਗੀ, ਕੁਝ ਤਾਂ ਕਰਨਾ ਚਾਹ ਰਹੇ ਸੀ ਬਟ ਫਿਰ ਐਨੀਵੇ ਸ਼ਾਦੀ ਹੋ ਗਈ। ਬਟ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਹਸਬੈਂਡ ਨਾਲ ਗੱਲ ਹੋਈ, ਉਹਨਾਂ ਦਾ ਇਹ ਸੁਪਨਾ ਔਰ ਫੌਜ ਦਾ ਜੋ ਮਾਹੌਲ ਮੈਂ ਦੇਖਿਆ, ਜੋ ਜਜ਼ਬਾ ਦੇਖਿਆ, ਉਹ ਬਹੁਤ ਹੀ ਵਧੀਆ ਹੈ ਜਜ਼ਬਾ, ਫੌਜ ਦਾ ਜਜ਼ਬਾ ਜਾਂ ਫੌਜੀ ਜਾਂ ਜਿਸ ਤਰ੍ਹਾਂ ਸਾਡਾ ਰਹਿਣ ਸਹਿਣ ਹੈ ਜਾਂ ਜਿਸ ਤਰ੍ਹਾਂ ਸਾਡਾ ਵਰਕਿੰਗ ਕਲਚਰ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਫੌਜ ਤੋਂ ਇਲਾਵਾ ਮੈਂ ਕੁਝ ਹੋਰ ਸੋਚ ਵੀ ਸਕਦੀ ਸੀ। ਜੀ, ਜਿਵੇਂ ਲੇਹ ਲਦਾਖ ਦੇ ਵਿੱਚ ਤੁਹਾਡੀ ਪੋਸਟਿੰਗ ਹੁੰਦੀ ਸੀ, ਉਦੋਂ ਤੁਹਾਨੂੰ ਕਿਹੜੇ-ਕਿਹੜੇ ਚੈਲੰਜਸ ਆਉਂਦੇ ਸੀ ਬਤੌਰ ਔਰਤ? ਜਦੋਂ ਮੈਂ ਲੇਹ ਲਦਾਖ ਗਈ ਸੀ ਉਦੋਂ ਮੇਰੀ ਬੇਟੀ ਆਲਰੇਡੀ ਆਪਣੇ ਸਟੱਡੀਜ਼ ਵਾਸਤੇ ਬਾਹਰ ਜਾ ਚੁੱਕੀ ਸੀਗੀ। ਸੋ ਸਵਾਏ ਹਾਈ ਆਲਟੀਟਿਊਡ ਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਵੀ ਚੈਲੰਜਸ, ਹਾਂ ਡੈਫੀਨੇਟਲੀ ਕਿ ਏਜ ਦਾ ਕ੍ਰਾਈਟੇਰੀਆ ਹੋ ਜਾਂਦਾ, ਥੋੜਾ ਏਜ ਹੋ ਜਾਂਦਾ, ਹਾਈ ਆਲਟੀਟਿਊਡ ਹੋ ਜਾਂਦਾ, ਬਟ ਉੱਥੇ ਵੀ ਅਸੀਂ ਕੋਈ ਚੈਲੰਜਸ ਇਹੋ ਜਿਹੇ ਨਹੀਂ ਹੋਏ ਕਿ ਸਾਨੂੰ ਮਤਲਬ ਮੈਨੂੰ ਰੁਕਣਾ ਪਵੇ ਉਹਦੇ ਲਈ। ਈਵਨ ਮੈਂ ਲਦਾਖ ਮੈਰਾਥਨ ਵੀ 2 ਵਾਰ ਉੱਥੇ ਭੱਜੀ, ਜਿਹੜੀ ਹਾਈਐਸਟ ਮੈਰਾਥਨ ਮੰਨੀ ਜਾਂਦੀ ਹੈ। ਸੋ 2 ਵਾਰ ਮੈਂ ਉਹ ਵੀ 21 ਕਿਲੋਮੀਟਰ ਭੱਜੀ ਹੈ। ਸੋ ਚੈਲੰਜਸ ਤਾਂ ਤੁਹਾਡੇ, ਮੈਨੂੰ ਲੱਗਦਾ ਕਿ ਚੈਲੰਜਸ ਸਿਰਫ ਮੈਂਟਲ ਹੈ। ਜੇ ਤੁਸੀਂ ਮੈਂਟਲੀ ਆਪਣਾ ਸੋਚ ਲਓ ਕਿ ਵੀ ਇਹ ਮੈਂ ਕਰ ਨਹੀਂ ਸਕਦੀ, ਸੋ ਉਹ ਮੈਂ ਕਦੀ ਸਿੱਖਿਆ ਹੀ ਨਹੀਂ ਕਿ ਮੈਂ ਕਹਾਂ ਕਿ ਮੈਂ ਕਰ ਨਹੀਂ ਸਕਦੀ। ਸੋ ਚੈਲੰਜਸ ਆਉਂਦੇ ਨੇ, ਫੇਸ ਕਰੀਦੇ ਨੇ। ਤੁਹਾਡੀ ਲਾਈਫ ਦੇ ਵਿੱਚ ਬਹੁਤ ਹਾਰਡਸ਼ਿਪਸ ਆਈਆਂ ਹੈ ਨਾ, ਤੁਹਾਡੇ ਹਸਬੈਂਡ ਵੀ ਛੇਤੀ, ਤੁਹਾਡੀ ਮੈਰਿਜ ਤੋਂ ਬਾਅਦ ਹੀ, ਉਤੋਂ ਤੁਹਾਡੀ ਡਾਟਰ ਵੀ ਛੋਟੀ ਸੀ ਹੈ ਨਾ, ਉਹਨਾਂ ਸਾਰੀ ਹਾਰਡਸ਼ਿਪਸ ਨੂੰ ਕ੍ਰਾਸ ਕਰਦਿਆਂ ਤੁਸੀਂ ਇੰਨੇ ਉੱਚੇ ਮੁਕਾਮ ਤੱਕ ਪਹੁੰਚੇ ਤੇ 14.5 ਸਾਲ ਦਾ ਤੁਸੀਂ ਆਪਣਾ ਸੇਵਾਵਾਂ ਵੀ ਦਿੱਤੀਆਂ ਫੌਜ ਦੇ ਵਿੱਚ। ਤੁਸੀਂ ਅੱਜ ਇੰਸਪੀਰੇਸ਼ਨ ਹੋ ਹਜ਼ਾਰਾਂ ਵਿਮਨਸ ਦੇ ਲਈ, ਤੁਹਾਡੀ ਇੰਸਪੀਰੇਸ਼ਨ ਕੌਣ ਹੈ? ਮੇਰੀ ਇੰਸਪੀਰੇਸ਼ਨ ਤਾਂ ਮੈਂ ਕਹੂੰਗੀ ਕਿ ਵਿਦਆਊਟ ਐਨੀ ਡਾਊਟ ਮੇਰੀ ਮਦਰ। ਮੈਂ ਉਸ ਲੇਡੀ ਨੂੰ ਪਿੰਡ ਚੋਂ ਉੱਠ ਕੇ, ਅਨਐਜੂਕੇਟਿਡ, ਪਰ ਉਹਨਾਂ ਦਾ ਵਿਜ਼ਨ ਇੰਨਾ ਚੰਗਾ ਸੀਗਾ ਕਿ ਉਹ ਚਾਹੁੰਦੇ ਸੀ ਕਿ ਜੋ ਮੈਂ ਨਾ ਕਰ ਪਾਈ ਉਹ ਮੇਰੇ ਬੱਚੇ ਕਰਨ। ਪਿੰਡਾਂ 'ਚੋਂ ਉੱਠ ਕੇ ਸਾਨੂੰ ਬਾਹਰ ਕੱਢ ਕੇ ਪੜ੍ਹਾਇਆ। ਐਂਡ ਉਹਨਾਂ ਦਿਨਾਂ ਦੇ ਵਿੱਚ ਗੱਡੀਆਂ, ਉਹ ਮਤਲਬ ਅੱਜ ਕੱਲ੍ਹ ਤਾਂ ਆਮ ਹੋ ਗਿਆ ਕਿ ਗੱਡੀ ਚਲਾਉਣਾ ਜਾਂ 2 ਵੀਲਰ ਚਲਾਉਣਾ ਤੇ ਆਮ ਹੋ ਗਿਆ, ਬਟ ਜੋ ਮੇਰੀ ਮਦਰ ਨੇ ਵਿਜ਼ਨ ਦੇਖਿਆ ਸੀਗਾ, ਮੈਂ ਉਹਨਾਂ ਦੀ ਬਹੁਤ ਹੀ ਮਤਲਬ ਰਿਸਪੈਕਟ ਹੈ ਮੇਰੀ। She was the biggest inspiration for me. ਤੁਹਾਡੀ ਡਾਟਰ ਛੋਟੀ ਸੀ ਜਦੋਂ ਤੁਹਾਡੇ ਹਸਬੈਂਡ ਹੈ ਨਾ ਡੈਥ ਹੋ ਗਈ, ਉਹਨਾਂ ਦੀ, ਸ਼ਹੀਦ ਹੋ ਗਏ ਉਹ, ਕਦੇ ਤੁਹਾਡੀ ਡਾਟਰ ਨੇ ਤੁਹਾਡੇ ਤੋਂ ਕੁਐਸਚਨਸ ਨਹੀਂ ਕੀਤੇ, ਮਮਾ ਮੇਰੇ ਫਾਦਰ ਕਿੱਥੇ ਨੇ? ਤੁਸੀਂ ਉਹਨਾਂ ਦੇ ਕੁਐਸਚਨਸ ਨੂੰ ਕਿਸ ਤਰੀਕੇ ਨਾਲ ਫੇਸ ਕੀਤਾ ਤੇ ਅੱਜ ਤੁਹਾਡੇ ਡਾਟਰ ਕੀ ਕਰ ਰਹੇ ਨੇ? ਸਟਾਰਟਿੰਗ ਦੇ ਵਿੱਚ ਤਾਂ ਤੁਸੀਂ ਯਕੀਨ ਮੰਨੋਗੇ ਕਿ ਮੇਰੀ ਦੱਸਣ ਦੀ ਹਿੰਮਤ ਹੀ ਨਹੀਂ ਸੀ ਪਈ, ਕਿਉਂਕਿ ਉਹ 1.5 ਸਾਲ ਦੀ ਸੀਗੀ। ਸੋ ਮੈਂ ਸ਼ਾਇਦ 3.5 ਸਾਲ ਤੱਕ ਉਹਨੂੰ ਦੱਸਿਆ ਹੀ ਨਹੀਂ ਸੀਗਾ ਕਿ ਪਾਪਾ ਨਹੀਂ ਆ। ਜਦੋਂ ਉਹਨੇ ਪੁੱਛਣਾ ਪਾਪਾ ਕਿੱਥੇ, ਤੇ ਮੈਂ ਕਹਿਣਾ ਜਿੱਦਾਂ ਬਾਕੀ ਫੌਜੀ ਡਿਊਟੀਜ਼ ਤੇ ਗਏ ਨੇ, ਪਾਪਾ ਦੀ ਕਿਧਰੇ ਹੋਰ ਡਿਊਟੀ ਲੱਗੀ ਹੋਈ ਹੈ। ਬਟ ਫਿਰ ਇਹੋ ਜਿਹੀਆਂ ਗੱਲਾਂ ਐਕਚੁਅਲੀ ਛੁਪਦੀਆਂ ਨਹੀਂ ਆ। ਮੇ ਬੀ ਕਿਸੇ ਬੱਚੇ ਨੇ ਜਾਂ ਕਿਸੇ ਨੇ ਉਹਨੂੰ ਥੋੜ੍ਹਾ ਜਿਹਾ ਦੱਸਿਆ ਹੋਣਾ। ਤੇ ਇੱਕ ਦਿਨ ਉਹ ਘਰ ਆਈ ਤੇ ਫਿਰ ਉਹ ਮੈਨੂੰ ਕਹਿੰਦੀ, ਮੈਨੂੰ ਸੱਚੀ ਸੱਚੀ ਦੱਸੋ ਕਿ ਬਾਕੀਆਂ ਦੇ ਪਾਪਾ ਤਾਂ ਡਿਊਟੀ ਤੋਂ ਵਾਪਸ ਵੀ ਆਉਂਦੇ ਨੇ, ਛੁੱਟੀ ਵੀ ਆਉਂਦੇ ਨੇ, ਤੇ ਮੇਰੇ ਪਾਪਾ ਕਿਉਂ ਨਹੀਂ ਆਉਂਦੇ? ਫਿਰ ਉਸ ਦਿਨ ਉਹਨੂੰ ਮੈਂ ਦੱਸਿਆ। ਉਦੋਂ ਅਸੀਂ ਇਲਾਹਾਬਾਦ ਪੋਸਟਡ ਸੀਗੇ। ਉਹ 3.5-4 ਸਾਲ ਦੀ ਹੋਏਗੀ ਜਦੋਂ ਮੈਂ ਉਹਨੂੰ ਦੱਸਿਆ। ਸ਼ੌਕ 'ਚ ਸੀ ਉਹ ਵੀ, ਔਰ ਮੈਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਦੱਸਣਾ ਕਿਸ ਤਰ੍ਹਾਂ ਦੱਸਾਂ, ਪਰ ਦੱਸਣਾ ਤੇ ਪੈਣਾ ਸੀ। ਸੋ ਸ਼ੌਕ 'ਚ ਸੀਗੀ, ਬਟ ਅੰਡਰਸਟੈਂਡ ਕਰਦੇ ਨੇ ਬੱਚੇ ਅੱਜ ਕੱਲ੍ਹ ਦੇ। ਐਂਡ ਹੁਣ ਉਹ ਆਪਣਾ ਕੈਨੇਡਾ ਦੇ ਵਿੱਚ ਜੌਬ ਕਰ ਰਹੀ ਹੈ। ਇਨ ਬਿਟਵੀਨ ਉਹਨੇ ਇੱਕ ਬੁੱਕ ਲਿਖੀ ਹੈ, ਕਾਸਟ ਆਫ ਵਾਰ, ਜਿਹਦੇ ਵਿੱਚ ਉਹਦੀ ਆਪਣੀ ਸਟਰਗਲ, ਮੇਰੀ ਸਟਰਗਲ, ਕਿ ਕਿਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਬਿਲਵਡ ਤੁਹਾਡੇ ਮਤਲਬ ਲਵਡ ਵਨਸ ਨੇ, ਜਿੱਦਾਂ ਤੁਹਾਡੇ ਮਾਂ ਪਿਓ ਦੇ ਵਿੱਚੋਂ ਕੋਈ ਅਗਰ ਚਲ ਜਾਂਦਾ ਛੋਟੀ ਏਜ ਦੇ ਵਿੱਚ, ਤਾਂ ਤੁਸੀਂ ਉਹ ਲਾਈਫ ਕਿਸ ਤਰ੍ਹਾਂ ਤੁਸੀਂ ਜੀਂਦੇ ਜੇ ਉਹਨਾਂ ਤੋਂ ਬਿਨਾਂ। ਉਹ ਹਾਰਡਸ਼ਿਪ, ਉਹਦੀ ਆਪਣੀ ਸੋਚ, ਤੇ ਉਹਨੇ ਹੁਣੇ ਰੀਸੈਂਟਲੀ ਇੱਕ ਬੁੱਕ ਲਿਖੀ, ਕਾਸਟ ਆਫ ਵਾਰ। ਜੀ, ਤੁਸੀਂ ਇੱਕ ਸਿੰਗਲ ਪੇਰੈਂਟ ਹੋ ਤੇ ਆਪਣੀ ਡਾਟਰ ਨੂੰ ਰੇਜ਼ ਕਰਦੇ ਆ, ਤੁਸੀਂ ਕਿਹੜੇ ਚੈਲੰਜਸ ਦੇਖੇ? ਚੈਲੰਜਸ ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਸ ਤਰ੍ਹਾਂ ਇੱਕ ਤਾਂ ਸਭ ਤੋਂ ਵੱਡਾ ਚੈਲੰਜ ਹੁੰਦਾ ਕਿ ਤੁਸੀਂ ਫਾਦਰ ਦੀ ਡਿਊਟੀਜ਼ ਵੀ ਖੁਦ ਨਿਭਾਉਣੀਆਂ, ਐਂਡ ਮਦਰ ਦੀ ਡਿਊਟੀ ਤਾਂ ਤੁਸੀਂ ਨਿਭਾਉਣੀਆਂ ਹੀ ਨਿਭਾਉਣੀਆਂ, ਕਿਉਂਕਿ ਤੁਸੀਂ ਮਦਰ ਜੇ। ਐਂਡ ਸਾਡੀ ਹਰ 2-2.5 ਸਾਲ ਬਾਅਦ ਪੋਸਟਿੰਗ ਹੋ ਜਾਣੀ, ਸਕੂਲ ਚੇਂਜ ਹੋ ਜਾਣੇ, ਫਰੈਂਡ ਸਰਕਲ ਚੇਂਜ ਹੋ ਜਾਣਾ, ਉਹਦੀ ਸਟੱਡੀਜ਼ ਦੇ ਉੱਪਰ ਵੀ ਧਿਆਨ ਦੇਣਾ, ਆਪਣੀਆਂ ਆਫੀਸ਼ੀਅਲ ਡਿਊਟੀਜ਼ ਵੀ ਕਰਨੀਆਂ। ਸੋ ਬਟ ਐਨੀਵੇ ਉਹ ਬੱਚਾ ਵੀ ਮਤਲਬ ਅੰਡਰਸਟੈਂਡ ਕਰਦਾ। ਮੈਂ ਇੰਨਾ ਕਹਿੰਦੀ ਕਿ ਜਿੱਦਾਂ ਸਿੰਗਲ ਪੇਰੈਂਟਸ ਦੇ ਬੱਚੇ ਆ, ਉਹ ਵੀ ਆਪਣੇ ਮਾਂ ਪਿਓ ਦੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰਦੇ ਨੇ, ਔਰ ਉਹਨੇ ਵੀ ਬਹੁਤ ਮੇਰੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲੀ ਹੈ। ਐਂਡ ਜ਼ਿਆਦਾ ਪ੍ਰੋਬਲਮਸ ਫੇਸ ਨਹੀਂ ਹੋਈਆਂ। ਸੋ ਇਸ ਤਰ੍ਹਾਂ ਸਾਡੇ ਮਤਲਬ ਫੌਜ ਦੇ 24 ਸਾਲ ਕੰਪਲੀਟ ਕਰਤੇ, ਤੇ ਹੁਣੇ ਮੈਂ ਰਿਟਾਇਰ ਹੋਈ ਹਾਂ 31 ਮਾਰਚ ਇਸੇ ਸਾਲ ਹੀ। ਸੋ ਜਿਹੜੀ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ, ਕਾਸਟ ਆਫ ਵਾਰ, ਉਹਦੇ ਵਿੱਚ ਉਹਨਾਂ ਨੇ ਆਪਣੇ ਫਾਦਰ ਨੂੰ ਡੈਡੀਕੇਟ ਕੀਤੀ ਹੈ?
ਉਹਨੇ ਹਾਂ ਆਪਣੇ ਫਾਦਰ ਨੂੰ ਡੈਡੀਕੇਟ ਕੀਤੀ ਆ, ਜਾਂ ਉਹਨੇ ਆਪਣੀ ਨਾਨੀ ਨੂੰ ਵੀ ਕੀਤੀ, ਜਿਹੜੀਆਂ ਉਹਨੇ ਸਟਰੋਂਗ ਵਿਮਨਸ ਆਪਣੀ ਲਾਈਫ 'ਚ ਦੇਖਿਆ। ਜਿੱਦਾਂ ਮੇਰੀ ਨਾਨੀ ਵੀ ਬਹੁਤ ਸਟਰੋਂਗ ਸੀ, ਉਹਦੀ ਮਾਸੀ, ਉਹਦੀ ਮਾਮੀ, ਮਤਲਬ ਜਿਹੜੀਆਂ ਸਾਡੇ ਘਰ ਦੀਆਂ ਲੇਡੀਜ਼, ਜਾਂ ਫਾਦਰ ਤਾਂ ਡੈਫੀਨੇਟਲੀ ਫਾਦਰ ਨੂੰ ਤਾਂ ਡੈਡੀਕੇਟਿਡ ਹੈ ਹੀ ਹੈ ਉਹ। ਮੈਮ ਜਦੋਂ ਤੁਸੀਂ ਆਰਮੀ ਦੇ ਵਿੱਚ ਸੀ, ਉੱਥੇ ਕਿਹੜੀ ਰੈਂਕਸ ਤੇ ਤੁਸੀਂ ਪੋਸਟਡ ਰਹੇ ਜਾਂ ਕਿੱਥੇ ਪੋਸਟਡ ਰਹੇ ਤੁਸੀਂ? ਪੋਸਟਿੰਗ ਤਾਂ ਆਲ ਓਵਰ ਇੰਡੀਆ ਦੇ ਵਿੱਚ ਸਾਡੀ ਹੁੰਦੀ ਹੈ, ਐਂਡ ਮਤਲਬ ਜਿੱਦਾਂ ਸਭ ਤੋਂ ਪਹਿਲੀ ਪੋਸਟਿੰਗ ਮੇਰੀ ਜਲੰਧਰ ਸੀ, ਇਲਾਹਾਬਾਦ, ਬਰੇਲੀ, ਪੂਨੇ, ਸ਼੍ਰੀਨਗਰ, ਲੇਹ ਲਦਾਖ। ਲਾਸਟ ਮੇਰੀ ਪੋਸਟਿੰਗ ਅੰਬਾਲਾ ਸੀਗੀ। ਸੋ ਮੈਂ ਆਰਮੀ ਦੇ ਵਿੱਚ ਆਰਮੀ ਆਰਡੀਨੈਂਸ ਕੋਰ ਦੇ ਵਿੱਚ ਮੇਰੀ ਕਮਿਸ਼ਨਿੰਗ ਹੋਈ ਸੀ। ਹੁਣ ਤਾਂ ਆਰਮੀ ਦੇ ਵਿੱਚ ਤਾਂ ਹੁਣ ਆਫ ਲੇਟ ਅਸੀਂ ਬਹੁਤ ਦੇਖਿਆ, ਈਵਨ ਐਨਡੀਏ ਦੇ ਵਿੱਚ ਵੀ ਲੜਕੀਆਂ ਆ ਗਈਆਂ, ਹੁਣ ਫਾਈਟਿੰਗ ਆਰਮਸ ਵੱਲ ਵੀ ਲੜਕੀਆਂ ਆ ਰਹੀਆਂ ਨੇ, ਐਂਡ ਬਹੁਤ ਹੀ ਅੱਛਾ ਕਰ ਰਹੀਆਂ ਨੇ ਲੜਕੀਆਂ ਅੱਜ ਕੱਲ੍ਹ। ਜੀ, ਇੱਕ ਮੈਮ ਮੈਂ ਇਹ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗੀ, ਜਿਹੜੀਆਂ ਵਾਰ ਵਿਡੋਜ਼ ਹੁੰਦੀਆਂ ਨੇ ਜਾਂ ਜਿਹੜੀ ਔਰਤਾਂ ਨੇ, ਆਮ ਸਧਾਰਨ ਔਰਤਾਂ ਨੇ, ਕੁੜੀਆਂ ਨੇ, ਜਿਹੜੀ ਜੋ ਆਰਮੀ ਦੇ ਵਿੱਚ ਜਾਣਾ ਚਾਹੁੰਦੀਆਂ ਨੇ, ਉਹ ਕਿਸ ਤਰੀਕੇ ਦੇ ਨਾਲ ਜਾ ਸਕਦੀਆਂ ਨੇ? ਜਦੋਂ ਸਾਡਾ ਹੋਇਆ ਸੀਗਾ ਕੇਸ ਟੇਕਅਪ ਕੀਤਾ ਸੀ ਮਿਸਿਸ ਰੰਜਨਾ ਮਲਿਕ ਨੇ, ਉਦੋਂ ਸਪੈਸ਼ਲੀ ਵੀਰ ਨਾਰੀਜ਼ ਵਾਸਤੇ ਇਹਨਾਂ ਨੇ ਏਜ ਲਿਮਿਟ ਕਰਤੀ ਸੀ ਕਿ 30 ਸਾਲ ਦੇ ਅੰਦਰ ਅਗਰ ਕੋਈ ਇਹੋ ਜਿਹਾ ਮੰਦਭਾਗਾ ਹਾਦਸਾ ਹੋ ਜਾਂਦਾ ਕਿਸੇ ਨਾਲ, ਤੇ ਉਹ ਆਰਮੀ ਜੁਆਇਨ ਕਰ ਸਕਦਾ ਹੈ, ਆਰਮੀ ਦੇ ਡਿਪੈਂਡੈਂਟਸ ਜਿੱਦਾਂ ਅਸੀਂ ਹੋ ਗਏ। ਪਰ ਕੇਸ ਟੂ ਕੇਸ ਬੇਸਿਸ ਕਈ ਵਾਰ, ਜਿਸ ਤਰ੍ਹਾਂ ਹੁਣ ਪਿੱਛੇ ਜੇ ਇੱਕ ਬਹੁਤ ਅੱਛਾ ਸਾਡਾ ਕੇਸ ਆਇਆ ਸੀ ਜਿਹਦੇ ਵਿੱਚ 36 ਈਅਰ ਦੀ ਲੇਡੀ ਸੀ, ਉਹਦੇ ਹਸਬੈਂਡ ਸੀਓ ਸੀਗੇ, ਕਮਾਂਡਿੰਗ ਆਫਿਸਰ ਸੀ, ਉਹਨਾਂ ਨੇ ਵੀ ਫੌਜ ਜੁਆਇਨ ਕੀਤਾ ਹੈ। ਹੁਣ ਇਹੀ ਚੀਜ਼ ਸਾਡੇ ਜਵਾਨਾਂ ਦੀਆਂ ਵਾਈਫਸ ਵਾਸਤੇ ਵੀ, ਜਿਹੜੀਆਂ ਪੜ੍ਹੀਆਂ ਲਿਖੀਆਂ ਨੇ, ਜਿਹੜਾ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਮੀਟ ਕਰ ਰਹੀਆਂ ਨੇ, ਤੇ ਜਵਾਨਾਂ ਦੀਆਂ ਵਾਈਫਸ ਵੀ ਐਜ਼ ਐਨ ਆਫਿਸਰਸ ਆ ਰਹੀਆਂ, ਜਿਨ੍ਹਾਂ ਦਾ ਕਿਸੇ ਕਾਰਨ, ਹਾਦਸੇ ਕਾਰਨ ਜਾਂ ਕਿਸੇ। ਮਿਨੀਮਮ ਕੁਆਲੀਫਿਕੇਸ਼ਨ ਕੀ ਰਹਿੰਦੀ? ਮਿਨੀਮਮ ਕੁਆਲੀਫਿਕੇਸ਼ਨ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਆਰਮਸ 'ਚ ਜਾਣਾ ਚਾਹੁੰਦੇ। ਜੇ ਗ੍ਰੈਜੂਏਸ਼ਨ ਤਾਂ ਡੈਫੀਨੇਟਲੀ ਹੋਣੀ ਚਾਹੀਦੀ, ਬਟ ਜਿੱਦਾਂ ਹੁਣ ਐਨਡੀਏ ਦੇ ਵਿੱਚ ਤਾਂ +2 ਤਾਂ ਬੰਦਿਆਂ ਵਾਸਤੇ ਉਸੇ ਤਰ੍ਹਾਂ ਹੀ ਆ, ਐਟ ਪਾਰ ਹੈ। ਮਤਲਬ ਸਾਨੂੰ ਟ੍ਰੇਨਿੰਗ ਦੇ ਵਿੱਚ ਸਾਨੂੰ ਕੋਈ ਛੂਟ ਨਹੀਂ ਸੀ। ਅਗਰ ਤੁਸੀਂ ਮੇਰੀ ਗੱਲ ਕਰੋ ਕਿ ਜਦੋਂ ਮਿਸਿਸ ਰੰਜਨਾ ਮਲਿਕ ਨੇ ਕਿਹਾ ਕਿ ਠੀਕ ਹੈ ਤੁਹਾਨੂੰ ਅਸੀਂ ਵੇਵ ਆਫ ਕਰ ਰਹੇ ਹਾਂ ਕੁਝ ਚੀਜ਼ਾਂ, ਬਟ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਕੋਈ ਵੀ ਛੂਟ ਨਹੀਂ। ਜਿਸ ਤਰ੍ਹਾਂ ਟ੍ਰੇਨਿੰਗ ਤੁਹਾਡੇ ਬਾਕੀ ਕਾਊਂਟਰ ਪਾਰਟਸ ਕਰਨਗੇ, ਟ੍ਰੇਨਿੰਗ ਉਨੀ ਉਸ ਤਰ੍ਹਾਂ ਹੀ ਅਸੀਂ ਕਰਾਂਗੇ। ਸੋ ਏਜ ਦਾ ਜ਼ਰੂਰ ਰਿਲੈਕਸੇਸ਼ਨ ਮਿਲਿਆ। ਕੋਈ ਸੌਫਟ ਕਾਰਨਰ ਨਹੀਂ, ਟ੍ਰੇਨਿੰਗ ਦੇ ਵਿੱਚ ਕੋਈ ਸੌਫਟ ਕਾਰਨਰ ਕਿਸੇ ਲਈ ਵੀ ਨਹੀਂ ਜੀ। ਕੋਈ ਬਾਰ ਹੋਵੇ ਜਿਹੜੀਆਂ ਵਾਰ ਵਿਡੋਜ਼ ਹੁੰਦੀਆਂ ਨੇ ਉਹਨਾਂ ਤੇ, ਜਾਂ ਫਿਰ? ਨਹੀਂ, ਬਿਲਕੁਲ ਵੀ ਨਹੀਂ। ਬਿਕੋਜ਼ ਇਹ ਗੱਲ ਪਹਿਲਾਂ ਕਹੀ ਜਾਂਦੀ ਹੈ ਕਿ ਸਿਰਫ ਤੁਹਾਨੂੰ ਏਜ ਦਾ ਰਿਲੈਕਸੇਸ਼ਨ ਦਿੱਤਾ ਜਾ ਰਿਹਾ, ਜਾਂ ਤੁਸੀਂ ਜੇ ਤੁਹਾਡਾ ਬੱਚਾ ਹੈਗਾ ਹੈ, ਬਟ ਟ੍ਰੇਨਿੰਗ ਤੁਹਾਡੀ ਓਨੀ ਹੀ ਟਫ ਹੋਏਗੀ ਜਿੰਨੇ ਤੁਹਾਡੇ ਬਾਕੀ ਤੁਹਾਡੇ ਸਾਥੀਆਂ ਦੀ ਹੋਏਗੀ। ਮੈਮ ਇਹ ਜ਼ਰੂਰ ਦੱਸੋ, ਜਦੋਂ ਤੁਹਾਡੇ ਹਸਬੈਂਡ ਸ਼ਹੀਦ ਹੁੰਦੇ ਨੇ, ਕਿਹੜੀ ਪੋਸਟ ਤੇ ਉਹ ਸੀਗੇ, ਤੇ ਜਦੋਂ ਤੁਹਾਡੀ ਜੁਆਇਨਿੰਗ ਹੁੰਦੀ ਹੈ ਤੁਸੀਂ ਸੇਮ ਪੋਸਟ ਤੇ ਜੁਆਇਨ ਕਰਦੇ ਹੋ? ਨਹੀਂ ਜੀ, ਅਸੀਂ ਸੇਮ ਪੋਸਟ ਤੇ ਜੁਆਇਨ ਨਹੀਂ ਕਰਦੇ, ਅਸੀਂ ਬਿਲਕੁਲ ਰੀਸਟਾਰਟ ਕਰਦੇ ਹਾਂ। ਮੇਰੇ ਹਸਬੈਂਡ ਦੀ ਜਦੋਂ ਸ਼ਹਾਦਤ ਹੋਈ ਸੀ, ਉਹ ਮੇਜਰ ਸੀਗੇ, ਤੇ ਮੈਂ ਐਜ਼ ਅ ਲੈਫਟੀਨੈਂਟ ਹੀ ਕਮਿਸ਼ਨ ਹੋਈ ਹਾਂ ਆਰਮੀ ਦੇ ਵਿੱਚ। ਤੇ ਮੈਂ ਆਪਣੀ ਜਿਹੜੀ ਮੇਰੀ ਰੈਂਕਿੰਗ ਉਹ ਮੇਰੇ ਹਿਸਾਬ ਨਾਲ ਚੱਲੀ ਹੈ, ਉਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਕਿ ਉਹ ਜਿੱਥੇ ਉਹਨਾਂ ਨੇ ਛੱਡਿਆ ਉੱਥੋਂ ਟੇਕ ਓਵਰ ਕਰਾਂਗੇ, ਇਸ ਤਰ੍ਹਾਂ ਨਹੀਂ ਹੈ। ਉਹ ਮੇਜਰ ਸੀਗੇ ਤੇ ਮੈਂ ਲੈਫਟੀਨੈਂਟ ਤੋਂ ਕਰਕੇ ਤੇ ਲੈਫਟੀਨੈਂਟ ਕਰਨਲ ਤੇ ਜਾ ਕੇ ਮੈਂ ਰਿਟਾਇਰ ਹੋਈ ਹਾਂ ਜੀ। ਸੁਸਾਇਟੀ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ? ਸੁਸਾਇਟੀ ਦੇ ਮਨ ਦੇ ਵਿੱਚ ਸੌਫਟ ਕਾਰਨਰ ਸੀਗਾ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਸੀਗਾ ਰੀਮੈਰਿਜ ਨੂੰ ਲੈ ਕੇ? ਨਹੀਂ, ਐਸਾ ਕੋਈ ਹੈ ਨਹੀਂ ਹੈ, ਐਸਾ ਕੋਈ ਮਤਲਬ ਮੈਂ ਕੋਈ ਇਹੋ ਜਿਹਾ ਪ੍ਰੈਸ਼ਰ ਫੇਸ ਨਹੀਂ ਕੀਤਾ। ਬਟ ਹਾਂ, ਡੈਫੀਨੇਟਲੀ ਕਦੀ ਕੋਈ ਐਡਵਾਈਸ ਜ਼ਰੂਰ ਕਰਦਾ ਸੀਗਾ ਕਿ ਤੁਸੀਂ ਕਰ ਲਓ, ਜੇ ਤੁਸੀਂ ਚਾਹੁੰਦੇ ਜੇ ਤਾਂ ਤੁਸੀਂ ਕਰ ਲਓ, ਬਟ ਉਹ ਰਿਕੁਆਇਰਮੈਂਟ ਜਾਂ ਉਹ ਜ਼ਰੂਰਤ ਮੈਨੂੰ ਮਹਿਸੂਸ ਨਹੀਂ। ਕਦੇ ਇਨ-ਲॉज ਦੇ ਵੱਲੋਂ ਕੋਈ ਪ੍ਰੈਸ਼ਰ ਇਸ ਤਰ੍ਹਾਂ ਦਾ ਰਿਹਾ ਹੋਵੇ? ਅਨਫੋਰਚੂਨੇਟਲੀ ਇਨ-ਲॉज ਨਾਲ ਮੈਂ ਇਨ ਟੱਚ ਨਹੀਂ ਹਾਂ। ਉਹ ਵੀ ਆਪਣੀ ਇੱਕ ਸੁਸਾਇਟੀ ਦਾ ਸੈਡ ਪਾਰਟ ਹੈ ਕਿ ਜਿਸ ਤਰ੍ਹਾਂ ਹੀ ਬੇਟਾ ਜਾਂਦਾ ਹੈ ਤੇ ਉਹ ਸਾਈਡ ਛੁੱਟ ਜਾਂਦੀ ਤੁਹਾਡੇ ਤੋਂ। ਸੋ ਉਹਨਾਂ ਨਾਲ ਮੈਂ ਜ਼ਿਆਦਾਤਰ ਇਨ ਟੱਚ ਨਹੀਂ ਹਾਂ। ਬਟ ਹਾਂ, ਡੈਫੀਨੇਟਲੀ ਜਿਹੜੇ ਮੇਰੇ ਕਜ਼ਨ ਨੰਦਾਂ ਹੈਗੀਆਂ ਵਗੈਰਾ, ਚਾਚੇ ਤਾਏ ਦੇ ਬੱਚੇ, ਉਹਨਾਂ ਨਾਲ ਮੈਂ ਇਨ ਟੱਚ ਹਾਂ, ਬਟ ਮੈਂ ਆਪਣੇ ਰੀਅਲ ਇਨ-ਲॉज ਨਾਲ ਮੇਰਾ ਕੋਈ ਨਹੀਂ ਇਨ ਟੱਚ ਹੈਗਾ ਜੀ। ਤੇ ਐਂਡ ਦੇ ਵਿੱਚ ਤੁਸੀਂ ਕੋਈ ਸੁਨੇਹਾ ਔਰਤਾਂ ਨੂੰ ਦੇਣਾ ਚਾਹੋ? ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਸਾਰੇ ਹੀ ਬਾਏ ਡਿਫਾਲਟ ਬਹੁਤ ਸਟਰੋਂਗ ਆ। ਆਪਾਂ ਨੂੰ ਆਪਣੀ ਅੰਦਰ ਦੀ ਸ਼ਕਤੀ ਲੱਭਣੀ ਪੈਣੀ ਹੈ ਕਿ ਮੇਰੇ 'ਚ ਕਿਹੜੀ ਸ਼ਕਤੀ ਹੈ ਔਰ ਮੈਂ ਕਿਸ ਸ਼ਕਤੀ ਦੇ ਉੱਤੇ ਕਿਸ ਤਰ੍ਹਾਂ ਵਰਕ ਕਰਨਾ ਹੈ। ਅਸੀਂ ਸਾਰੇ ਹੀ ਬਹੁਤ ਸਟਰੋਂਗ ਹਾਂ। ਕਦੀ ਵੀ ਆਪਣਾ
ਮਤਲਬ ਇਹ ਨਹੀਂ ਸੋਚਣਾ ਕਿ ਮੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ। ਜੀ, ਤੁਸੀਂ ਮੈਮ ਆਏ ਆਪਣਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ। ਪ੍ਰੋਗਰਾਮ ਪ੍ਰਾਈਮ ਵੂਮਨ ਦੇ ਤਹਿਤ ਅੱਜ ਅਸੀਂ ਤੁਹਾਨੂੰ ਰੁਪਿੰਦਰਜੀਤ ਹੋਰਾਂ ਦੀ ਕਹਾਣੀਆਂ 'ਚ ਤੁਹਾਡੇ ਰੂਬਰੂ ਕੀਤੀ ਹੈ। ਆਸ ਕਰਦੇ ਹਾਂ ਤੁਹਾਡੇ ਲਈ ਇਹ ਕਹਾਣੀ ਇੱਕ ਪ੍ਰੇਰਨਾ ਸਰੋਤ ਜ਼ਰੂਰ ਰਹੀ ਹੋਵੇਗੀ। ਇਸੇ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਮੈਂ ਹਰਸਿਮਰਨ ਕੌਰ ਫਿਰ ਤੋਂ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।